हाँ जी बेटा, लास्ट ਲੈਕਚਰ ਦੇ ਵਿੱਚ ਆਪਾਂ ਇਕਨੋਮਿਕ ਆਬਜੈਕਟਿਵ ਪੜ੍ਹੇ ਸੀ। ਜਿਹੜਾ ਅੱਜ ਟੌਪਿਕ ਆਪਾਂ ਡਿਸਕਸ ਕਰਨਾ ਬਿਜ਼ਨਸ ਦੇ ਆਬਜੈਕਟਿਵਸ ਦੇ ਵਿੱਚ, ਉਹ ਹੈ ਹਿਊਮਨ ਆਬਜੈਕਟਿਵਸ। ਮਤਲਬ ਇਨਸਾਨਾਂ ਦੇ ਜਿਹੜੇ ਲਈ ਕੀ ਰਿਲੇਟਡ ਆਬਜੈਕਟਿਵ ਨੇ ਜਿਹੜੇ ਬਿਜ਼ਨਸ ਦੇ ਵਿੱਚ ਹੁੰਦੇ ਨੇ। ਬਿਜ਼ਨਸ ਹੈਜ਼ ਸਮ ਰਿਸਪੌਂਸਿਬਿਲਿਟੀਜ਼ ਹੁੰਦੀਆਂ ਜ਼ਿੰਮੇਵਾਰੀਆਂ ਟੂਵਰਡਸ ਦ ਪਰਸਨਸ ਇੰਟਰਸਟਡ ਇਨ ਦ ਅਫੇਅਰਸ ਆਫ ਬਿਜ਼ਨਸ ਲਾਈਕ ਇੰਪਲੋਈਜ਼, ਕੰਜ਼ਿਊਮਰਸ, ਸ਼ੇਅਰ ਹੋਲਡਰਸ ਐਂਡ ਗਵਰਨਮੈਂਟ। ਬਿਜ਼ਨਸ ਦੀਆਂ ਕਾफ़ੀ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਿਹਨਾਂ ਪ੍ਰਤੀ? ਉਹ ਲੋਕਾਂ ਪ੍ਰਤੀ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਬਿਜ਼ਨਸ ਦੇ ਨਾਲ ਜੁੜੇ ਹੋਏ ਨੇ, ਜਿਵੇਂ ਕਿ ਕੰਮ ਕਰਨ ਵਾਲੇ ਇੰਪਲੋਈਜ਼ ਹੋ ਗਏ, ਕੰਜ਼ਿਊਮਰ ਹੋ ਗਏ ਜਿਹੜਾ ਸਾਡਾ ਸਮਾਨ ਖਰੀਦਦੇ ਆ, ਸ਼ੇਅਰ ਹੋਲਡਰ ਉਹ ਹੋ ਗਏ ਜਿਨ੍ਹਾਂ ਨੇ ਸਾਡੇ ਬਿਜ਼ਨਸ ਦੇ ਵਿੱਚ ਆਪਦਾ ਪੈਸਾ ਇਨਵੈਸਟ ਕੀਤਾ, ਐਂਡ ਗਵਰਨਮੈਂਟ। ਠੀਕ ਆ, ਹੁਣ ਇਹਦੀ ਇੱਕ ਡੈਫੀਨੇਸ਼ਨ ਦਿੱਤੀ ਆ, ਇਹ ਵੀ ਦੇਖ ਲਓ ਤੁਸੀਂ। ਸੋਸ਼ਲ ਰਿਸਪੌਂਸਿਬਿਲਿਟੀ ਆਫ ਬਿਜ਼ਨਸ ਮੀਨਸ ਰਿਸਪੌਂਸਿਬਿਲਿਟੀ ਆਫ ਕਸਟਮਰਸ, ਵਰਕਰਸ, ਸ਼ੇਅਰ ਹੋਲਡਰਸ ਐਂਡ ਦ ਕਮਿਊਨਿਟੀ। ਸੋਸ਼ਲ ਰਿਸਪੌਂਸਿਬਿਲਿਟੀ ਮਤਲਬ ਸਮਾਜ ਪ੍ਰਤੀ ਜ਼ਿੰਮੇਵਾਰੀ। ਬਿਜ਼ਨਸ ਦੀ ਸਮਾਜ ਪ੍ਰਤੀ ਕੀ ਜ਼ਿੰਮੇਵਾਰੀ ਹੈ? ਮਤਲਬ ਕਸਟਮਰ ਪ੍ਰਤੀ ਕੀ ਜ਼ਿੰਮੇਵਾਰੀ ਆ, ਵਰਕਰਸ ਪ੍ਰਤੀ, ਸ਼ੇਅਰ ਹੋਲਡਰ ਐਂਡ ਕਮਿਊਨਿਟੀ ਮਤਲਬ ਪੂਰੀ ਕੌਮ ਪ੍ਰਤੀ। ਠੀਕ ਆ, ਹੁਣ ਇਹਦੇ ਵਿੱਚ ਅੱਗੇ ਆਪਾਂ ਇਹਦੇ ਪੁਆਇੰਟਸ ਦੇਖਦੇ ਹਾਂ। ਫਸਟ ਵਨ ਹੈ ਵੈਲਫੇਅਰ ਆਫ ਇੰਪਲੋਈਜ਼। ਵੈਲਫੇਅਰ ਹੁੰਦਾ ਭਲਾਈ ਕਰਨਾ, ਜਿਹੜੇ ਇੰਪਲੋਈਜ਼ ਨੇ ਅਸੀਂ ਉਹਨਾਂ ਦੀ ਭਲਾਈ ਬਾਰੇ ਵੀ ਸੋਚਣਾ ਵਾ। The workers are important part of the business, so they should not be considered as machines। ਜਿਹੜੇ ਕੰਮ ਕਰਨ ਵਾਲੇ ਵਰਕਰ ਨੇ ਉਹ ਸਾਡੇ ਬਿਜ਼ਨਸ ਦਾ ਬਹੁਤ ਹੀ ਇੰਪੋਰਟੈਂਟ ਹਿੱਸਾ ਨੇ। ਠੀਕ ਆ, ਤਾਂ ਸਾਨੂੰ ਕੀ ਕਰਨਾ ਚਾਹੀਦਾ? ਉਹਨਾਂ ਨੂੰ ਇੱਕ ਮਸ਼ੀਨਾਂ ਦੀ ਤਰ੍ਹਾਂ ਟਰੀਟ ਨਹੀਂ ਕਰਨਾ ਚਾਹੀਦਾ। The businessman has to pay attention towards the welfare of the employees। ਤਾਂ ਬਿਜ਼ਨਸਮੈਨ ਨੂੰ ਕੀ ਕਰਨਾ ਚਾਹੀਦਾ? ਉਹਨਾਂ ਦੀ ਭਲਾਈ ਵੱਲ ਵੀ ਧਿਆਨ ਦੇਣਾ ਚਾਹੀਦਾ। They should be provided with handsome wages and salaries, good working conditions, material incentives etc। ਉਹਨਾਂ ਨੂੰ ਕੀ ਪ੍ਰੋਵਾਈਡ ਕਰਵਾਉਣਾ ਚਾਹੀਦਾ? ਵਧੀਆ ਦਿਹਾੜੀ ਮਿਲੇ, ਉਹਨਾਂ ਨੂੰ ਵਧੀਆ ਤਨਖਾਹ ਦੇਣੀ ਚਾਹੀਦੀ ਆ, ਕੰਮ ਕਰਨ ਵਾਲੀ ਜਗ੍ਹਾ ਵਧੀਆ ਹੋਣੀ ਚਾਹੀਦੀ ਆ, ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਇਨਸੈਂਟਿਵ, ਹੋਰ ਵੀ ਇਨਾਮ ਵਗੈਰਾ ਉਹਨਾਂ ਨੂੰ ਦੇਣੇ ਚਾਹੀਦੇ ਆ। ਜਿਵੇਂ ਮੰਨ ਲਓ ਕੋਈ ਵਰਕਰ ਆ, ਉਹ ਕੰਮ ਕਰਦਾ ਵਧੀਆ, ਤਾਂ ਆਪਦੇ ਗਰੁੱਪ ਦੇ ਵਿੱਚ ਉਹਨੇ ਵਧੀਆ ਕੰਮ ਕੀਤਾ ਤਾਂ ਅਸੀਂ ਉਹਨੂੰ ਅਲੱਗ ਤੋਂ ਇੱਕ ਇਨਾਮ ਦੇ ਕੇ ਸਨਮਾਨਿਤ ਕਰੀਏ। ਠੀਕ ਆ, ਨੈਕਸਟ ਹੈ employees are most valuable assets of the business। The success or failure of the business depend upon its employees or workers। ਜਿਹੜੇ EMPLOYEE ਹੁੰਦੇ ਆ ਉਹ ਸਭ ਤੋਂ ਹੀ ਇੰਪੋਰਟੈਂਟ ਅਤੇ ਸਭ ਤੋਂ ਕੀਮਤੀ ਇੱਕ ਸੰਪੱਤੀ ਹੁੰਦੇ ਆ ਬਿਜ਼ਨਸ ਦੀ, ਅਤੇ ਕਿਸੇ ਵੀ ਬਿਜ਼ਨਸ ਦੀ ਸਕਸੈਸ ਜਾਂ ਉਹਦੀ ਫੇਲੀਅਰ ਡਿਪੈਂਡ ਕਰਦਾ ਉਹਦੇ ਵਰਕਰਸ ਦੇ ਉੱਪਰ ਜਾਂ ਉਹਦੇ ਇੰਪਲੋਈਜ਼ ਦੇ ਉੱਪਰ। ਠੀਕ ਆ, ਨੈਕਸਟ ਪੁਆਇੰਟ ਦੇਖੋ ਇਹਦਾ। ਸੈਕਿੰਡ ਹੈ ਕੰਜ਼ਿਊਮਰਸ ਸੈਟਿਸਫੈਕਸ਼ਨ। ਕੰਜ਼ਿਊਮਰ ਕੌਣ ਹੁੰਦੇ ਆ? ਜਿਹੜੇ ਸਾਡਾ ਪ੍ਰੋਡਕਟ ਖਰੀਦਦੇ ਆ ਅਤੇ ਉਹਨੂੰ ਯੂਜ਼ ਕਰਦੇ ਆ। ਕੰਜ਼ਿਊਮਰ ਇਜ਼ ਕਿੰਗ। ਕੰਜ਼ਿਊਮਰ ਨੂੰ ਕਿੰਗ ਮੰਨਿਆ ਜਾਂਦਾ। ਐਂਡ ਦਾ ਸਕਸੈਸ ਆਫ ਬਿਜ਼ਨਸ ਡਿਪੈਂਡ ਅਪੋਨ ਦਾ ਸੈਟਿਸਫੈਕਸ਼ਨ ਆਫ ਇਟਸ ਕੰਜ਼ਿਊਮਰਸ। ਅਤੇ ਕਿਸੇ ਵੀ ਬਿਜ਼ਨਸ ਦੀ ਕਾਮਯਾਬੀ ਉਹਦੇ ਕੰਜ਼ਿਊਮਰਸ ਦੀ ਸੈਟਿਸਫੈਕਸ਼ਨ, ਮਤਲਬ ਉਹਦੇ ਕੰਜ਼ਿਊਮਰ ਉਹ ਤੋਂ ਕਿੰਨੇ ਕੁ ਸੰਤੁਸ਼ਟ ਆ, ਉਹ 'ਤੇ ਡਿਪੈਂਡ ਕਰਦੀ ਆ। ਦ ਗੁਡਸ ਮਸਟ ਬੀ ਪ੍ਰੋਡਿਊਸਡ ਐਜ਼ ਪਰ ਲਾਈਕਿੰਗਸ, ਟੇਸਟ, ਪ੍ਰੈਫਰੈਂਸਿਸ ਐਂਡ ਰਿਕੁਆਇਰਮੈਂਟਸ ਆਫ ਦਾ ਕੰਜ਼ਿਊਮਰਸ। ਜੋ ਵੀ ਅਸੀਂ ਆਪਦੇ ਬਿਜ਼ਨਸ ਦੇ ਵਿੱਚ ਪ੍ਰੋਡਕਟ ਬਣਾਈਏ, ਆਪਦੇ ਕੰਜ਼ਿਊਮਰਸ ਦੀ ਲਾਈਕਿੰਗਸ ਮਤਲਬ ਕਿਹੜੀ ਚੀਜ਼ ਨੂੰ ਪਸੰਦ ਕਰਦੇ, ਉਹਨਾਂ ਦਾ ਟੇਸਟ ਕੀ ਆ, ਉਹ ਕੀ ਪ੍ਰੈਫਰ ਕਰਦੇ ਆ, ਜਾਂ ਉਹਦੀਆਂ ਰਿਕੁਆਇਰਮੈਂਟਸ ਨੂੰ ਧਿਆਨ 'ਚ ਰੱਖ ਕੇ ਸਾਨੂੰ ਬਣਾਉਣਾ ਚਾਹੀਦਾ। ਠੀਕ ਆ, ਦ ਬਿਜ਼ਨਸਮੈਨ should supply better quality products at reasonable prices because the satisfaction of the consumer is the main object of every business। ਤਾਂ ਬਿਜ਼ਨਸਮੈਨ ਨੂੰ ਕੀ ਚਾਹੀਦਾ ਵਾ? ਵਧੀਆ ਤੋਂ ਵਧੀਆ ਕੁਆਲਿਟੀ ਦੇ ਪ੍ਰੋਡਕਟ ਉਹਨਾਂ ਨੂੰ ਰੀਜ਼ਨੇਬਲ ਪ੍ਰਾਈਸ ਮਤਲਬ ਠੀਕ ਮੁੱਲ 'ਤੇ ਉਹਨਾਂ ਨੂੰ ਪ੍ਰੋਵਾਈਡ ਕਰਵਾਵੇ, ਤਾਂ ਕਿ ਜਿਹੜੇ ਕੰਜ਼ਿਊਮਰਸ ਨੇ ਉਹ ਸੈਟਿਸਫਾਈ ਹੋ ਸਕਣ। ਕਿਉਂਕਿ ਕਿਸੇ ਵੀ ਬਿਜ਼ਨਸ ਦਾ ਮੇਨ ਓਬਜੈਕਟਿਵ ਇਹੀ ਹੁੰਦਾ ਕਿ ਜਿਹੜੇ ਸਾਡੇ ਕੰਜ਼ਿਊਮਰਸ ਨੇ, ਜਿਹੜੇ ਸਾਡੇ ਗ੍ਰਾਹਕ ਨੇ, ਉਹ ਸਭ ਤੋਂ ਸੰਤੁਸ਼ਟ ਹੋਣ। ਠੀਕ ਆ, ਅੱਗੇ ਥਰਡ ਪੁਆਇੰਟ ਦੇਖੋ, ਸੈਟਿਸਫੈਕਸ਼ਨ ਆਫ ਸ਼ੇਅਰ ਹੋਲਡਰਸ। ਸ਼ੇਅਰ ਹੋਲਡਰਸ ਉਹ ਪਰਸਨਸ ਹੁੰਦੇ ਨੇ ਜਿਨ੍ਹਾਂ ਨੇ ਕੰਪਨੀ ਦੇ ਵਿੱਚ ਆਪਦਾ ਪੈਸਾ ਇਨਵੈਸਟ ਕੀਤਾ ਹੁੰਦਾ। ਇਨ ਆ ਕੰਪਨੀ ਫਾਰਮ ਆਫ ਆਰਗੇਨਾਈਜੇਸ਼ਨ ਦਾ ਓਨਰਸ਼ਿਪ ਐਂਡ ਮੈਨੇਜਮੈਂਟ ਆਰ ਇਨ ਟੂ ਡਿਫਰੈਂਟ ਹੈਂਡਸ। ਕੰਪਨੀ ਦੇ ਮਾਲਕ ਅਲੱਗ ਹੁੰਦੇ ਨੇ, ਕੰਪਨੀ ਨੂੰ ਚਲਾਉਣ ਵਾਲੀ ਮੈਨੇਜਮੈਂਟ ਅਲੱਗ ਹੁੰਦੀ ਆ। ਠੀਕ ਆ, ਦ ਸ਼ੇਅਰ ਹੋਲਡਰਸ ਆਰ ਸਕੈਟਰਡ ਆਲ ਓਵਰ ਦ ਕੰਟਰੀ ਹੂ ਆਰ ਨਾਟ ਇਨ ਅ ਪੋਜੀਸ਼ਨ ਟੂ ਨੋ ਡੇ ਟੂ ਡੇ ਵਰਕਿੰਗ ਆਫ ਦ ਕੰਪਨੀ। ਇਹਦੇ ਵਿੱਚ ਦੇਖੋ ਜਿਹੜੇ ਸ਼ੇਅਰ ਹੋਲਡਰਸ ਹੁੰਦੇ ਆ, ਹੁਣ ਦੇਖੋ ਕਿਸੇ ਨੇ ਪੰਜਾਬ ਤੋਂ ਬੈਠੇ ਨੇ, ਕਿਸੇ ਕੰਪਨੀ 'ਚ ਪੈਸਾ ਲਗਾਤਾ, ਕਿਸੇ ਨੇ ਮੁੰਬਈ ਤੋਂ ਲਗਾਤਾ, ਕਿਸੇ ਨੇ ਚੇਨਈ ਤੋਂ ਲਗਾਤਾ। ਠੀਕ ਆ, ਤਾਂ ਅਲੱਗ-ਅਲੱਗ ਬੈਠੇ ਡੇਲੀ ਕੀ ਹੋ ਰਿਹਾ ਕੰਪਨੀ 'ਚ ਉਹਨਾਂ ਨੂੰ ਨਹੀਂ ਪਤਾ, ਤਾਂ ਸਕੈਟਰਡ ਹੁੰਦਾ ਖਿੰਡੇ ਹੋਏ ਹੋਣਾ, ਤਾਂ ਕੰਟਰੀ ਦੇ ਵਿੱਚ ਦੂਰ ਤੱਕ ਖਿੰਡੇ ਹੋਏ, ਉਹਨਾਂ ਨੂੰ ਇਹ ਨਹੀਂ ਪਤਾ ਕਿ ਕੰਪਨੀ ਦੇ ਵਿੱਚ ਵਰਕਿੰਗ 'ਚ ਕੀ ਹੋ ਰਿਹਾ। ਦ ਮੈਨੇਜਮੈਂਟ ਸ਼ੁੱਡ ਡਿਸਟਰੀਬਿਊਟ ਫੇਅਰ ਰੇਟ ਆਫ ਰਿਟਰਨ ਔਨ ਦਾ ਮਨੀ ਇਨਵੈਸਟਡ ਬਾਏ ਦਾ ਸ਼ੇਅਰ ਹੋਲਡਰਸ। ਤਾਂ ਮੈਨੇਜਮੈਂਟ ਦੀ ਡਿਊਟੀ ਬਣਦੀ ਆ ਕਿ ਉਹਨਾਂ ਨੂੰ ਫੇਅਰ ਮਤਲਬ ਜਿੰਨਾ ਉਹਨਾਂ ਦਾ ਬਣਦਾ ਰੇਟ ਆਫ ਰਿਟਰਨ, ਮਤਲਬ ਜਿੰਨਾ ਉਹਨਾਂ ਨੂੰ ਮੁਨਾਫਾ ਹੋ ਰਿਹਾ ਉਹ ਸਹੀ ਵੰਡਿਆ ਜਾਵੇ। ਡਿਸਟਰੀਬਿਊਟ ਹੁੰਦਾ ਵੰਡਣਾ।
ਮਤਲਬ ਇਕੁਅਲ ਅਮਾਊਂਟ 'ਚ ਸਾਰਿਆਂ ਨੂੰ ਕੀ ਵੰਡਿਆ ਜਾਵੇ ਜਿਨ੍ਹਾਂ ਉਹਨਾਂ ਨੇ ਪੈਸਾ ਇਨਵੈਸਟ ਕੀਤਾ। ਹੁਣ ਜੇ ਮੰਨ ਲਓ ਕਿਸੇ ਨੇ ਕੰਪਨੀ ਦੇ ਵਿੱਚ 1 ਲੱਖ ਰੁਪਏ ਇਨਵੈਸਟ ਕੀਤਾ, ਉਹਦੇ ਹਿਸਾਬ ਨਾਲ ਉਹਨੂੰ ਰਿਟਰਨ ਵੀ ਵੱਧ ਮਿਲੂਗਾ। ਕਿਸੇ ਨੇ 10,000 ਇਨਵੈਸਟ ਕੀਤਾ, ਉਹਨੂੰ ਥੋੜ੍ਹਾ ਰਿਟਰਨ ਘੱਟ ਮਿਲੂਗਾ। ਠੀਕ ਆ, ਤਾਂ ਸਾਰਿਆਂ ਨੂੰ ਇਕੁਅਲ ਵੰਡਿਆ ਜਾਣਾ ਚਾਹੀਦਾ। ਮੋਰ ਓਵਰ ਦ ਇਨਵੈਸਟਮੈਂਟਸ ਆਫ ਦ ਸ਼ੇਅਰ ਹੋਲਡਰ ਸ਼ੁੱਡ ਨਾਟ ਬੀ ਮਿਸਯੂਜ਼ਡ ਬਾਏ ਦ ਕੰਪਨੀ। ਜਿਹੜਾ ਸ਼ੇਅਰ ਹੋਲਡਰਸ ਨੇ ਪੈਸਾ ਲਗਾਇਆ ਵਾ ਉਹਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ, ਕੰਪਨੀ ਦੁਆਰਾ ਉਹਨੂੰ ਗਲਤ ਤਰੀਕੇ ਨਾਲ ਨਹੀਂ ਵਰਤਿਆ ਜਾਣਾ ਚਾਹੀਦਾ। The company should disclose all the material information in its annual report to the shareholders। Disclose ਹੁੰਦਾ ਦੱਸਣਾ। ਕੰਪਨੀ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਜਿੰਨੀ ਵੀ ਇਨਫੋਰਮੇਸ਼ਨ ਹੈਗੀ ਆ ਉਹ ਸਾਰੀ ਆਪਦੀ ਐਨੂਅਲ ਹੁੰਦੀ ਆ ਸਾਲਾਨਾ ਰਿਪੋਰਟ। ਸ਼ੇਅਰ ਹੋਲਡਰਸ ਨੂੰ ਇੱਕ ਐਨੂਅਲ ਰਿਪੋਰਟ ਜਾਰੀ ਕਰਦੇ ਹੁੰਦੇ ਆ ਕੰਪਨੀ ਵਾਲੇ, ਉਹਦੇ ਵਿੱਚ ਹਰ ਇੱਕ ਚੀਜ਼ ਡਿਸਕਲੋਜ਼ ਕਰਨ ਕੰਪਨੀ। ਠੀਕ ਆ, ਇਨ ਦਿਸ ਵੇ ਦ ਕੰਪਨੀਜ਼ ਆਰ ਇਨ ਅ ਪੋਜੀਸ਼ਨ ਟੂ ਵਿਨ ਦ ਕੌਨਫੀਡੈਂਸ ਆਫ ਦ ਸ਼ੇਅਰ ਹੋਲਡਰਸ। ਇਸ ਤਰੀਕੇ ਦੇ ਨਾਲ ਕੰਪਨੀ ਕੀ ਕਰ ਸਕਦੀ ਆ, ਜਿਹੜੇ ਆਪਣੇ ਸ਼ੇਅਰ ਹੋਲਡਰਸ ਨੇ ਉਹਨਾਂ ਦਾ ਕੌਨਫੀਡੈਂਸ ਜਿੱਤ ਸਕਦੀ ਹੈ। ਠੀਕ ਆ, ਅੱਗੇ ਦਾ 4th ਪੁਆਇੰਟ ਦੇਖੋ, ਹੈਲਪਫੁਲ ਟੂ ਗਵਰਨਮੈਂਟ। The business has some responsibility towards government also। ਬਿਜ਼ਨਸ ਦੀ ਗਵਰਨਮੈਂਟ ਪ੍ਰਤੀ ਵੀ ਕੁਝ ਜ਼ਿੰਮੇਵਾਰੀ ਹੈ। With the advent of industrialization, a number of problems are created। ਜਿਵੇਂ ਜਿਵੇਂ ਉਦਯੋਗੀਕਰਨ ਹੋਇਆ ਵਾ, ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੋ ਗਈਆਂ ਨੇ। ਬਟ ਟੂ ਸੋਲਵ ਥੀਸ ਪ੍ਰੋਬਲਮਸ ਗਵਰਨਮੈਂਟ ਹੈਜ਼ ਟੂ ਟੇਕ ਦ ਹੈਲਪ ਆਫ ਦ ਬਿਜ਼ਨਸ ਕਮਿਊਨਿਟੀ। ਤਾਂ ਇਹਨਾਂ ਨੂੰ ਹੱਲ ਕਰਨ ਦੇ ਲਈ, ਇਹਨਾਂ ਪ੍ਰੋਬਲਮਸ ਨੂੰ ਸੋਲਵ ਕਰਨ ਦੇ ਲਈ ਸਰਕਾਰ ਨੂੰ ਕੀ ਕਰਨਾ ਪੈਂਦਾ, ਬਿਜ਼ਨਸਮੈਨ ਲੋਕਾਂ ਦੀ ਹੈਲਪ ਲੈਣੀ ਪੈਂਦੀ ਆ। ਫੋਰ ਐਗਜ਼ਾਮਪਲ, a government can control pollution only if all the industrial houses use the method of controlling pollution at unit level। ਹੁਣ ਜੇ ਮੰਨ ਲਓ ਜਿੰਨਾ ਜ਼ਿਆਦਾ ਉਦਯੋਗ ਲੱਗ ਰਿਹਾ ਉਨਾ ਹੀ ਪੋਲਿਊਸ਼ਨ ਵੱਧ ਰਿਹਾ ਵਾ, ਤਾਂ ਇਕੱਲੀ ਗਵਰਨਮੈਂਟ ਉਹਨੂੰ ਕੰਟਰੋਲ ਨਹੀਂ ਕਰ ਸਕਦੀ। ਗਵਰਨਮੈਂਟ ਨੂੰ ਕਿਹਦੀ ਹੈਲਪ ਲੈਣੀ ਪੈਂਦੀ ਆ, ਉਹ ਲੋਕਾਂ ਦੀ, ਬਿਜ਼ਨਸਮੈਨ ਲੋਕਾਂ ਦੀ ਹੈਲਪ ਲੈਣੀ ਪੈਂਦੀ ਆ। ਜੇ ਸਾਰੇ ਬਿਜ਼ਨਸ ਹਾਊਸਿਸ ਜਾਂ ਇੰਡਸਟਰੀਅਲ ਹਾਊਸ ਨੇ ਜਿਹੜੇ ਉਹ ਇਸ ਤਰ੍ਹਾਂ ਦੇ ਤਰੀਕੇ ਮੈਥਡਸ ਅਪਣਾਉਣ ਤਾਂ ਆਪਦੀ ਯੂਨਿਟ ਲੈਵਲ 'ਤੇ, ਮਤਲਬ ਆਪਦੀ ਫੈਕਟਰੀ ਲੈਵਲ 'ਤੇ ਉਹ ਪੋਲਿਊਸ਼ਨ ਨੂੰ ਘਟਾ ਸਕਦੇ ਆ। On the other hand, it is the duty of the business to pay regular taxes to the government। ਇਸ ਤੋਂ ਇਲਾਵਾ ਬਿਜ਼ਨਸ ਦੀ ਇਹ ਵੀ ਜ਼ਿੰਮੇਵਾਰੀ ਬਣਦੀ ਆ ਕਿ ਸਰਕਾਰ ਨੂੰ ਸਾਲਾਨਾ ਜਾਂ ਜੇ 6 ਮਹੀਨਿਆਂ ਬਾਅਦ ਜਦੋਂ ਵੀ ਟੈਕਸ ਭਰਨਾ ਉਹ ਰੈਗੂਲਰਲੀ ਪੇ ਕਰਦੇ ਰਹਿਣ। In this way the business contributes to funds of the government which will be used by the government for the development purposes। ਕਹਿੰਦੇ ਇਸ ਤਰੀਕੇ ਦੇ ਨਾਲ ਬਿਜ਼ਨਸ ਕੀ ਕੰਟਰੀਬਿਊਟ ਕਰਦਾ, ਸਹਿਯੋਗ ਕਰਦਾ, ਪੈਸੇ ਇਕੱਠੇ ਕਰਕੇ ਸਰਕਾਰ ਨੂੰ ਦਿੰਦਾ, ਮਤਲਬ ਟੈਕਸ ਪੇ ਕਰਕੇ, ਤੇ ਉਹ ਜਿਹੜਾ ਟੈਕਸ ਵਾਲਾ ਪੈਸਾ ਹੁੰਦਾ ਸਰਕਾਰ ਕੰਟਰੀ ਦੀ ਡਿਵੈਲਪਮੈਂਟ 'ਤੇ ਅੱਗੇ ਫਰਦਰ ਲਗਾਉਂਦੀ ਆ। ਠੀਕ ਆ ਜੀ।